ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਹੈ ਬੈਨ ਸਿੰਘ। ਸੋ ਆਪਾਂ ਪੜ੍ਹ ਰਹੇ ਸੀ 10ਵੀਂ ਕਲਾਸ ਦਾ ਮੈਥ NCERT ਦਾ, ਜਿਹਦੇ ਵਿੱਚ ਆਪਾਂ ਨੇ ਪਹਿਲਾਂ ਰੀਅਲ ਨੰਬਰਸ ਬਾਰੇ ਪੜ੍ਹਿਆ ਕਿ ਰੀਅਲ ਨੰਬਰਸ ਕੀ ਹੁੰਦੇ ਆ। ਸੋ ਆਪਾਂ ਰੀਅਲ ਨੰਬਰਸ ਬਾਰੇ ਪੜ੍ਹਨ ਤੋਂ ਬਾਅਦ ਆਪਾਂ ਨੇ ਯੂਕਲਿਡ ਲੈਮਾ ਪੜ੍ਹਿਆ ਸੀ ਕਿ ਯੂਕਲਿਡ ਲੈਮਾ ਕੀ ਹੁੰਦਾ ਹੈ। ਤਾਂ ਉਹਦੇ ਵਿੱਚ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਜਾ ਕੇ ਦੇਖ ਸਕਦੇ ਹੋ। ਆਪਾਂ ਰੀਅਲ ਨੰਬਰਸ ਵੀ ਕੀਤੇ ਸੀ, ਜਿਹਦੇ ਵਿੱਚ ਨੰਬਰ ਸਿਸਟਮ ਬਾਰੇ ਸਮਝਾਇਆ ਸੀ। ਫਿਰ ਆਪਾਂ ਯੂਕਲਿਡ ਲੈਮਾ ਵੀ ਸਮਝਿਆ ਸੀ, ਜਿਵੇਂ ਆਪਾਂ ਡਿਵੀਜ਼ਨ ਕੀਤੀ ਸੀ। ਸੋ ਹੁਣ ਅੱਜ ਆਪਾਂ ਕੀ ਕਰਦੇ ਹਾਂ, ਐਲਸੀਐਮ ਅਤੇ ਐਲਸੀਐਮ ਬਾਰੇ ਸਮਝਦੇ ਹਾਂ ਕਿ ਐਲਸੀਐਮ ਅਤੇ ਐਚਸੀਐਫ ਕੀ ਹੁੰਦਾ ਹੈ। ਠੀਕ ਹੈ, ਤਾਂ ਆਪਾਂ ਜੋ ਸਾਹਮਣੇ ਯੂਕਲਿਡ ਲੈਮੇ ਵਾਲੇ ਉਹ ਵੀ ਕਰਾਂਗੇ, ਪਰ ਪਹਿਲਾਂ ਅੱਜ ਆਪਾਂ ਐਚਸੀਐਫ ਅਤੇ ਐਲਸੀਐਮ ਬਾਰੇ ਦੇਖਦੇ ਹਾਂ ਕਿ ਐਚਸੀਐਫ ਕੀ ਹੁੰਦਾ ਹੈ, ਐਲਸੀਐਮ ਕੀ ਹੁੰਦਾ ਹੈ। ਤਾਂ ਇਹ 10th ਕਲਾਸ ਹੈ ਜੋ NCERT ਦਾ ਮੈਥ ਆ, ਉਹਦੇ ਬੇਸ ਦੇ ਲੈਵਲ 'ਤੇ ਹੀ ਆਪਾਂ ਇਹਦੇ ਸਮ ਕਰਨੇ ਆ। ਸੋ ਐਚਸੀਐਫ ਅਤੇ ਐਲਸੀਐਮ ਦੇ ਵਿੱਚ ਪਹਿਲਾਂ ਆਪਾਂ ਜਾਣਦੇ ਹਾਂ ਕਿ ਐਚਸੀਐਫ ਕੀ ਹੁੰਦਾ, ਐਲਸੀਐਮ ਕੀ ਹੁੰਦਾ। ਤਾਂ ਸਭ ਤੋਂ ਪਹਿਲਾਂ ਆਪਾਂ ਐਚਸੀਐਫ ਦੀ ਡੈਫੀਨੇਸ਼ਨ ਲਈਏ ਤਾਂ ਐਚਸੀਐਫ ਹੁੰਦਾ ਹਾਈਐਸਟ ਕਾਮਨ ਫੈਕਟਰ। ਠੀਕ ਹੈ, ਹਾਈਐਸਟ ਕਾਮਨ ਫੈਕਟਰ। ਸੋ ਐਲਸੀਐਮ ਦੀ ਡੈਫੀਨੇਸ਼ਨ ਹੁੰਦੀ ਹੈ ਲੀਸਟ ਕਾਮਨ ਮਲਟੀਪਲ। ਠੀਕ ਹੈ, ਤਾਂ ਇਸ ਤੋਂ ਦੋ ਡੈਫੀਨੇਸ਼ਨਸ ਹੁੰਦੀਆਂ ਨੇ। ਐਚਸੀਐਫ ਦਾ ਮਤਲਬ ਹੁੰਦਾ ਹਾਈਐਸਟ ਕਾਮਨ ਫੈਕਟਰ, ਇਹਦਾ ਮਤਲਬ ਹੁੰਦਾ ਲੀਸਟ ਕਾਮਨ ਮਲਟੀਪਲ। ਫੈਕਟਰ ਕੀ ਹੁੰਦਾ, ਮਲਟੀਪਲ ਕੀ ਹੁੰਦਾ। ਹੁਣ ਦੇਖੋ ਮਲਟੀਪਲ ਤਾਂ ਪਹਿਲਾਂ ਆਪਾਂ ਹਾਈਐਸਟ ਕਾਮਨ ਫੈਕਟਰ ਦੀ ਗੱਲ ਕਰਦੇ ਹਾਂ। ਪਹਿਲਾਂ ਆਪਾਂ ਐਚਸੀਐਫ ਬਾਰੇ ਜਾਣਕਾਰੀ ਲੈਂਦੇ ਹਾਂ ਕਿ ਐਚਸੀਐਫ ਕੀ ਹੁੰਦਾ, ਫਿਰ ਆਪਾਂ ਐਲਸੀਐਮ 'ਤੇ ਜਾਂਦੇ ਹਾਂ ਕਿ ਐਲਸੀਐਮ ਕੀ ਹੁੰਦਾ। ਪਹਿਲਾਂ ਆਪਾਂ ਐਚਸੀਐਫ ਸਿੱਖਦੇ ਹਾਂ। ਸੋ ਐਚਸੀਐਫ ਹੁਣ ਆਪਾਂ ਕਿਵੇਂ ਦੇਖਦੇ ਹਾਂ, ਦੇਖੋ ਪਹਿਲਾਂ ਐਚਸੀਐਫ ਬਾਰੇ ਪੜ੍ਹਦੇ ਹਾਂ ਥੋੜ੍ਹਾ ਜਿਹਾ। ਐਚਸੀਐਫ ਕੀ ਹੈ, ਹਾਈਐਸਟ ਕਾਮਨ ਫੈਕਟਰ। ਹੁਣ ਦੇਖੋ ਇਹਨੂੰ ਕਿਵੇਂ ਸਮਝਾਂਗੇ ਆਪਾਂ। ਹਾਈਐਸਟ ਕਾਮਨ ਫੈਕਟਰ ਐਗਜ਼ਾਮਪਲ ਲੈਂਦੇ ਹਾਂ ਇੱਕ। ਦੇਖੋ ਐਗਜ਼ਾਮਪਲ ਲੈ ਲਈ ਮੈंने, ਇੱਕ ਲੈ ਲਿਆ 2, ਇੱਕ ਲੈ ਲਿਆ 6। ਬਹੁਤ ਛੋਟੇ ਜਿਹੇ ਨੰਬਰ ਲੈ ਲਏ, ਇੱਕ ਲੈ ਲਿਆ 2, ਇੱਕ ਲੈ ਲਿਆ 6। ਹੁਣ ਆਪਾਂ ਨੇ ਐਚਸੀਐਫ ਦਾ ਮਤਲਬ ਹੁੰਦਾ ਹਾਈਐਸਟ ਕਾਮਨ ਫੈਕਟਰ। ਫੈਕਟਰ ਕੀ ਹੁੰਦਾ, ਫੈਕਟਰ ਕੀ ਹੁੰਦਾ, ਫੈਕਟਰ ਹੁੰਦੇ ਨੇ ਜਿਵੇਂ ਆਪਾਂ ਕਹੀਏ ਕੋਈ ਵੀ ਮੈंने ਟੇਬਲ ਕੋਈ ਵੀ ਨੰਬਰ ਚੱਕ ਲਿਆ ਅਤੇ ਜਿਹੜਾ ਟੇਬਲ ਹੋਵੇ ਆਪਾਂ ਦੇਖਾਂਗੇ ਵੀ ਜਿਹੜਾ ਉਹ ਨੰਬਰ ਹੈ ਕਿਹੜੇ ਕਿਹੜੇ ਟੇਬਲ ਦੇ ਵਿੱਚ ਆਉਂਦਾ, ਤਾਂ ਉਹ ਫੈਕਟਰ ਹੁੰਦੇ ਆ। ਜਿਵੇਂ ਮੈਂ ਕਹਾਂ ਹੁਣ 2 ਹੈ, ਦੇਖੋ 2 ਲਿਖਿਆ ਤਾਂ 2 ਦੇ ਫੈਕਟਰ। ਫੈਕਟਰ ਦਾ ਮਤਲਬ ਇਹ ਦੇਖਣਾ ਵੀ 2 ਕਿੰਨਾ ਕਿੰਨਾ ਤੇ ਡਿਵਾਈਡ, ਕਿੰਨਾ ਕਿੰਨਾ ਤੇ ਡਿਵੀਜ਼ੀਬਲ ਹੈ। ਜੇ ਦੇਖਿਆ ਜਾਵੇ 1 2 ਨੂੰ ਕੀ ਕਰਦਾ, ਡਿਵਾਈਡ ਕਰਦਾ, ਕਿਉਂਕਿ 1 ਦੇ ਟੇਬਲ 'ਚ 2 ਆਉਂਦਾ। ਇਸ ਤੋਂ ਬਾਅਦ 2 ਦੇ ਟੇਬਲ 'ਚ ਵੀ 2 ਆਉਂਦਾ। ਕਿ 3 ਦੇ ਟੇਬਲ 'ਚ 2 ਆਉਂਦਾ, ਨਹੀਂ ਆਉਂਦਾ। ਇਟ ਮੀਨਸ ਮਤਲਬ ਕੀ ਆ, ਆਹ ਦੋਨੇ ਨੰਬਰ ਇਹਨੂੰ ਕੀ ਕਰਦੇ ਆ, ਡਿਵਾਈਡ ਕਰਦੇ ਆ, ਅਤੇ ਇਹ ਇਹਨਾਂ ਦੋਨਾਂ ਨੰਬਰਾਂ 'ਤੇ ਕੀ ਹੋ ਰਿਹਾ, ਡਿਵੀਜ਼ੀਬਲ ਹੋ ਰਿਹਾ। ਡੈਟ ਇਜ਼ ਕਾਲਡ ਫੈਕਟਰ। ਸੋ 6 ਲਿਖ ਲਿਆ ਮੈंने। 6 ਕਿੰਨਾ ਕਿੰਨਾ ਦੇ ਟੇਬਲ 'ਚ ਆਉਂਦਾ, 1 ਦੇ ਟੇਬਲ 'ਚ ਆਉਂਦਾ, ਹੋਰ ਕਿਹਦੇ ਟੇਬਲ 'ਚ, 2 ਦੇ ਟੇਬਲ 'ਚ ਆਉਂਦਾ, 3 ਦੇ ਟੇਬਲ 'ਚ ਐਂਡ 6 ਦੇ ਟੇਬਲ 'ਚ ਆਉਂਦਾ। ਆਪਾਂ ਕੱਢਣਾ ਕੀ ਆ, ਕਾਮਨ ਫੈਕਟਰ ਲਿਖ ਲਏ। ਹਾਈਐਸਟ ਕੱਢਣਾ ਹੈ, ਹਾਈਐਸਟ ਕਿਹੜਾ ਇਹਨਾਂ 'ਚੋਂ, 2 ਹੀ ਹੈ। ਸੋ ਐਚਸੀਐਫ ਕੀ ਆ ਗਿਆ, ਇਹਦਾ 2 ਆ ਗਿਆ। ਤਾਂ ਇਹੀ ਆਪਣਾ ਐਚਸੀਐਫ ਹੁੰਦਾ। ਇਟ ਮੀਨਸ ਕਹਿਣ ਦਾ ਮਤਲਬ ਇਹ ਹੈ ਕਿ ਐਚਸੀਐਫ ਇੱਕ ਇਹੋ ਜਿਹਾ ਨੰਬਰ ਹੁੰਦਾ ਇਹਨਾਂ ਦੋਨਾਂ ਨੰਬਰਾਂ ਦਾ ਜੋ ਐਗਜ਼ੈਕਟਲੀ ਇਹਨੂੰ ਕੀ ਕਰੂਗਾ, ਡਿਵਾਈਡ ਕਰੂਗਾ। ਠੀਕ ਹੈ, ਆਪਾਂ ਕੋਈ ਵੀ ਨੰਬਰ ਹੈ 2 ਹੈ, ਐਚਸੀਐਫ 2 ਹੈ, ਇਹ 2 ਇਹਨਾਂ ਦੋਨਾਂ ਨੂੰ ਕੀ ਕਰਦਾ, ਡਿਵਾਈਡ ਕਰਦਾ। ਤਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਜੋ ਐਚਸੀਐਫ ਹੁੰਦਾ ਉਹ ਡਿਵਾਈਡਸ ਕਰਦਾ ਇਹਨਾਂ ਦੋਨਾਂ ਨੰਬਰਾਂ ਨੂੰ। ਠੀਕ ਹੈ, ਤਾਂ ਆਪਾਂ ਕਹਿ ਸਕਦੇ ਹਾਂ 2 ਡਿਵਾਈਡਸ ਦਿਸ ਨੰਬਰ ਐਂਡ ਦਿਸ ਨੰਬਰ। ਆਪਾਂ ਇਹ ਨਹੀਂ ਕਹਾਂਗੇ ਕਿ ਇਹ ਦੋਹੇ ਨੰਬਰ ਇਸ ਤੇ ਡਿਵਾਈਡ ਕਰਦੇ ਆ। ਠੀਕ ਹੈ, ਆਪਾਂ ਕਹਾਂਗੇ ਵੀ ਇਹ ਦੋਨੇ ਨੰਬਰ ਇਸ ਤੇ ਡਿਵੀਜ਼ੀਬਲ ਜ਼ਰੂਰ ਹੁੰਦੇ ਆ। ਠੀਕ ਹੈ, ਕਿਉਂਕਿ ਆਪਾਂ ਇਹ ਕਹਿ ਸਕਦੇ ਹਾਂ, ਦੇਖੋ ਜੇ ਆਪਾਂ ਗੱਲ ਕਰੀਏ 2 ਤੇ 6 ਦੀ, ਜਿਹੜਾ 2 ਹੈ ਉਹ 6 ਨੂੰ ਕੀ ਕਰਦਾ, ਡਿਵਾਈਡਸ ਕਰਦਾ। 2 6 ਨੂੰ ਕੀ ਕਰਦਾ, ਡਿਵਾਈਡ ਕਰਦਾ। ਬਟ 6 ਇਜ਼ ਡਿਵੀਜ਼ੀਬਲ ਬਾਏ 2। ਗੱਲ ਇੱਕੋ ਹੀ ਹੈ, ਇਹ ਤਰੀਕੇ ਦੋ ਨੇ ਕਹਿਣ ਦੇ। ਜੋ 6 ਹੈ, 6 ਇਜ਼ ਡਿਵੀਜ਼ੀਬਲ ਹੋ ਰਿਹਾ 2 ਦੇ ਦੁਆਰਾ, ਜਾਂ 2 ਡਿਵਾਈਡ ਕਿਹਨੂੰ ਕਰਦਾ, 6 ਨੂੰ ਕਰਦਾ। ਤਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਐਚਸੀਐਫ ਇੱਕ ਇਹੋ ਜਿਹਾ ਨੰਬਰ ਹੁੰਦਾ ਜੋ ਦੋਨਾਂ ਨੂੰ ਕੀ ਕਰਦਾ ਹੁੰਦਾ, ਡਿਵਾਈਡ ਕਰਦਾ ਹੁੰਦਾ। ਠੀਕ ਹੈ, ਜ਼ਰੂਰੀ ਨਹੀਂ ਕਿ ਪਹਿਲਾ ਹੀ ਆਵੇ, ਇਹਨਾਂ ਦੋਨਾਂ ਤੋਂ ਇਲਾਵਾ ਕੋਈ ਹੋਰ ਨੰਬਰ ਵੀ ਆ ਸਕਦਾ। ਠੀਕ ਹੈ ਨਾ, ਤਾਂ ਇਹ ਐਚਸੀਐਫ ਦੀ ਡੈਫੀਨੇਸ਼ਨ ਹੈ। ਠੀਕ ਹੈ ਨਾ, ਹੁਣ ਅੱਗੇ ਦੇਖੋ, ਇਹ ਡੈਫੀਨੇਸ਼ਨ ਦੇ ਬੇਸ ਤੇ ਆਪਾਂ ਛੋਟੀਆਂ ਕਲਾਸਾਂ 'ਚ ਕੀਤਾ ਹੋਇਆ ਸੀਗਾ ਕਿ ਇੱਦਾਂ ਆਪਾਂ ਐਚਸੀਐਫ ਸਿੱਖਦੇ ਹਾਂ। ਪਰ ਆਪਾਂ ਕੀ ਕਰਨਾ, ਐਚਸੀਐਫ ਹੈ ਜਿਹੜਾ ਉਹ ਪ੍ਰਾਈਮ ਫੈਕਟਰਾਈਜੇਸ਼ਨ ਨਾਲ ਕਰਨਾ।
ਆਪਾਂ ਐਚਸੀਐਫ ਨੂੰ ਪ੍ਰਾਈਮ ਫੈਕਟਰਾਈਜੇਸ਼ਨ ਦੇ ਨਾਲ ਕਰਨਾ ਹੈ। ਪ੍ਰਾਈਮ ਫੈਕਟਰਾਈਜੇਸ਼ਨ ਕੀ ਹੁੰਦੀ ਹੈ? ਪ੍ਰਾਈਮ ਨੰਬਰ, ਜਿਹੜੇ ਪ੍ਰਾਈਮ ਨੰਬਰ ਹੁੰਦੇ ਆ, ਜਿਵੇਂ ਕਿ ਮੈਂ ਲਿਖਿਆ 2 3 5 7 11 ਐਕਸੈਕਟਰਾ, ਉਹ ਨੰਬਰ ਜਿਹੜੇ ਖੁਦ ਦੇ ਟੇਬਲ ਤੇ ਹੀ ਆਉਂਦੇ ਆ। ਦੇਖੋ 2 2 ਤੇ ਆਉਂਦਾ, 1 'ਚ ਵੀ ਆਉਂਦਾ, 3 3 ਤੇ 5 5 ਤੇ 7 7 ਤੇ ਆਉਂਦਾ, 11 11 'ਚ ਆਉਂਦਾ। ਕੋਈ ਵੀ ਹੋਰ ਇੱਦਾਂ ਦਾ ਨੰਬਰ ਨਹੀਂ ਹੈਗਾ ਜਿਹਦੇ ਵਿੱਚ ਇਹ ਨੰਬਰ ਆ ਜਾਣਾ। ਮਤਲਬ ਕਿ ਮੈਂ ਕਹਿੰਦਾ ਵੀ 6 ਦੇ ਟੇਬਲ 'ਚ ਇਹਨਾਂ 'ਚ ਕੋਈ ਨਹੀਂ ਆਉਂਦਾ, ਠੀਕ ਹੈ ਨਾ। ਕਹਿਣ ਦਾ ਮਤਲਬ ਇਹ ਹੈ ਵੀ ਇਹਨਾਂ ਦੇ ਹਮੇਸ਼ਾ ਹੀ 2 ਫੈਕਟਰ ਹੁੰਦੇ ਆ, 2 ਫੈਕਟਰ ਹੁੰਦੇ ਆ, ਉਹਨਾਂ ਨੂੰ ਆਪਾਂ ਪ੍ਰਾਈਮ ਨੰਬਰ ਬੋਲਦੇ ਆ। ਜਿਵੇਂ ਮੈंने 2 ਲਿਖਿਆ, ਦੇਖੋ 2 ਹੈ, 2 1 ਦੇ ਟੇਬਲ 'ਚ ਵੀ ਆਊਗਾ, 2 ਦੇ ਟੇਬਲ 'ਚ ਵੀ ਆਊਗਾ। 5 ਲਿਖ ਲਿਆ, 5 1 ਦੇ ਟੇਬਲ 'ਚ ਵੀ ਆਉਂਦਾ, 5 ਦੇ ਟੇਬਲ 'ਚ ਵੀ ਆਉਂਦਾ, ਹੋਰ ਕਿਸੇ 'ਚ ਨਹੀਂ ਆਉਂਦਾ। 11 ਲਿਖਿਆ, 11 1 ਦੇ 'ਚ ਵੀ ਆਉਂਦਾ ਤੇ 'ਚ ਵੀ ਆਉਂਦਾ, ਠੀਕ ਹੈ। ਤਾਂ ਇਹ ਮੈंने ਕੀ ਲਿਖਿਆ, ਇਹਦੇ ਫੈਕਟਰ ਲਿਖ ਲਏ, ਠੀਕ ਹੈ। ਜੇ ਮੈਂ ਪ੍ਰਾਈਮ ਫੈਕਟਰਾਈਜੇਸ਼ਨ ਲਿਖਾ ਇਹਨਾਂ ਦੀ ਤਾਂ ਕੀ ਆਊਗਾ, ਦੇਖੋ 2 ਹੈ, 2 ਨੂੰ ਆਪਾਂ ਨੇ ਕੀ ਕਰਨਾ, ਇਹਨੂੰ ਡਿਵਾਈਡ ਕਰਨਾ, 2 ਤੇ 1 ਆ ਗਿਆ। ਤਾਂ ਮੈਂ ਇਹਦੀ ਪ੍ਰਾਈਮ ਫੈਕਟਰਾਈਜੇਸ਼ਨ ਇੱਦਾਂ ਲਿਖ ਸਕਦਾ 1 × 2, ਇਹਦੀ ਮਲਟੀਪਲਾਈ 1 × 5, ਇਹਦੀ 1 × 11। ਤਾਂ ਇਹ ਕੀ ਹੋਗੀ, ਇਹਦੀ ਪ੍ਰਾਈਮ ਫੈਕਟਰਾਈਜੇਸ਼ਨ ਹੋਗੀ। ਕੀ ਹੋਗੀ? ਪ੍ਰਾਈਮ ਫੈਕਟਰਾਈਜੇਸ਼ਨ ਹੋਗੀ। ਜੇ ਮੇਰੇ ਕੋਮੇ ਪਾ ਕੇ ਲਿਖ ਰਿਹਾ ਤਾਂ ਮਤਲਬ ਇਕੱਲੇ ਫੈਕਟਰ ਨੇ, ਮਲਟੀਪਲਾਈ ਪਾਤੀ ਤਾਂ ਕੀ ਹੋ ਗਿਆ ਮੇਰੇ ਕੋਲੇ, ਪ੍ਰਾਈਮ ਫੈਕਟਰਾਈਜੇਸ਼ਨ ਹੋਗੀ। ਤਾਂ ਇਹਨੂੰ ਪ੍ਰਾਈਮ ਫੈਕਟਰਾਈਜੇਸ਼ਨ ਕਹਿੰਦੇ ਆ। ਮਤਲਬ ਕਿ ਆਪਾਂ ਨੇ ਕੋਈ ਵੀ ਨੰਬਰ ਹੋਊਗਾ, ਆਪਾਂ ਨੇ ਇਹਨਾਂ ਨੰਬਰਾਂ ਤੇ ਹੀ ਡਿਵਾਈਡ ਕਰਨਾ ਹੈ, ਪ੍ਰਾਈਮ ਨੰਬਰਾਂ ਤੇ, ਜਿਨ੍ਹਾਂ ਦੇ ਐਗਜ਼ੈਕਟਲੀ 2 ਫੈਕਟਰ ਹੁੰਦੇ ਆ, ਠੀਕ ਹੈ। ਜਿਵੇਂ ਮੈਂ ਲਿਖਾਂ 6 ਲਿਖਿਆ, ਹੁਣ 6 ਦੇ ਦੇਖੋ ਕਿੰਨੇ ਫੈਕਟਰ ਆ ਜਾਂਦੇ ਆ, 1 ਦੇ ਟੇਬਲ 'ਚ ਆ ਗਿਆ, 2 ਦੇ ਟੇਬਲ 'ਚ ਆ ਗਿਆ, 3 ਦੇ ਟੇਬਲ 'ਚ ਆ ਗਿਆ, 6 ਦੇ ਟੇਬਲ 'ਚ ਆ ਗਿਆ, ਕਿੰਨੇ ਫੈਕਟਰ ਆ ਗਏ। ਇਹ ਪ੍ਰਾਈਮ ਨੰਬਰ ਨਹੀਂ ਹੈਗਾ। ਬਟ ਜਿਹਦੀ ਪ੍ਰਾਈਮ ਫੈਕਟਰਾਈਜੇਸ਼ਨ ਕਰਨੀ ਹੈ ਤਾਂ ਆਪਾਂ ਲਿਖਾਂਗੇ ਪਹਿਲਾਂ 2 ਦੇ ਟੇਬਲ ਤੇ ਜਾਂਦਾ, ਤਾਂ ਇਹ ਕਿੰਨਾ ਆ ਗਿਆ 3, ਫਿਰ 3 ਦੇ ਟੇਬਲ ਤੇ ਜਾਂਦਾ 1, ਬਸ। ਤਾਂ ਆਪਾਂ ਪ੍ਰਾਈਮ ਫੈਕਟਰਾਈਜੇਸ਼ਨ 6 ਦੀ ਕਿਵੇਂ ਲਿਖਾਂਗੇ, ਆਪਾਂ ਲਿਖਾਂਗੇ ਪ੍ਰਾਈਮ ਫੈਕਟਰਾਈਜੇਸ਼ਨ 6 = 2 × 3 × 1। ਇਹ ਪ੍ਰਾਈਮ ਇਹ ਹੈ ਪ੍ਰਾਈਮ ਫੈਕਟਰਾਈਜੇਸ਼ਨ, PF। ਨਾਲੇ ਦਾ ਨੰਬਰ ਆਪਾਂ ਕਿਹੜੇ ਯੂਜ਼ ਕੀਤੇ ਆ, ਚ ਪ੍ਰਾਈਮ ਫੈਕਟਰਾਈਜੇਸ਼ਨ ਕੀਤੇ ਆ। 2 × 3 ਕਿੰਨਾ ਹੁੰਦਾ 6, ਠੀਕ ਹੈ। ਇਹ ਸਾਰੇ ਕੀ ਨੇ, ਇਹਦੇ ਫੈਕਟਰ ਨੇ, ਇਹ ਇਕੱਲੇ ਫੈਕਟਰ ਨੇ। ਇਹ ਕੀ ਹੈ, ਇਹਦੀ ਪ੍ਰਾਈਮ ਫੈਕਟਰਾਈਜੇਸ਼ਨ ਹੈ। ਤਾਂ ਪ੍ਰਾਈਮ ਫੈਕਟਰਾਈਜੇਸ਼ਨ 'ਚ ਯਾਦ ਕਰਨਾ, ਪ੍ਰਾਈਮ ਨੰਬਰ ਯੂਜ਼ ਕਰਨੇ ਆ। ਹੁਣ ਅੱਗੇ, ਹੁਣ ਦੇਖੋ ਇਹ ਪ੍ਰਾਈਮ ਫੈਕਟਰ ਸੋ ਆਪਾਂ ਅੱਗੇ ਪੜ੍ਹਦੇ ਇਹਦੇ ਬਾਰੇ। ਹੁਣ ਜਿਵੇਂ ਕਿ ਇੱਕ ਸਮ ਲੈਣੇ ਆ, ਆਪਾਂ ਨੂੰ ਕਹਤਾ ਵੀ ਐਚਸੀਐਫ ਫਾਈਂਡ ਕਰਨਾ ਹੈ। ਇੱਕ 12 ਹੈ, ਇੱਕ 15 ਹੈ, 2 ਇਦਾਂ ਦੇ ਨੰਬਰ ਹੈ ਜਿਨ੍ਹਾਂ ਦੇ ਐਚਸੀਐਫ ਫਾਈਂਡ ਕਰਨਾ ਹੈ ਪ੍ਰਾਈਮ ਫੈਕਟਰਾਈਜੇਸ਼ਨ ਮੈਥਡ ਦੇ ਨਾਲ। ਤਾਂ ਆਪਾਂ ਕੀ ਕਰਾਂਗੇ, ਪਹਿਲਾਂ 12 ਲਿਖ ਲਾਂਗੇ। ਪਹਿਲਾਂ ਕੀ ਲਿਖ ਲਾਂਗੇ, 12 ਲਿਖ ਲਾਂਗੇ। 12 ਦੇ ਪ੍ਰਾਈਮ ਫੈਕਟਰਾਈਜੇਸ਼ਨ ਕਰਨੇ ਆ। ਇਟ ਮੀਨਸ ਕਹਿਣ ਦਾ ਮਤਲਬ ਇਹ ਹੈ ਕਿ ਆਪਾਂ ਨੇ ਇਹਨੂੰ ਕਿਹਦੇ ਨੰਬਰ ਤੇ ਡਿਵਾਈਡ ਕਰਨਾ ਹੈ, ਪ੍ਰਾਈਮ ਨੰਬਰਾਂ ਤੇ ਡਿਵਾਈਡ ਕਰ ਦਾਂਗੇ, ਈਜ਼ੀ ਰਹਿੰਦਾ। ਦੇਖੋ ਪਹਿਲਾਂ 2 ਤੇ ਹੀ ਜਾਊਗਾ, ਇਹ ਕਿੰਨਾ ਆਊਗਾ 6 ਆਊਗਾ, ਜਾਂਦਾ ਤਾਂ 3 ਤੇ ਵੀ ਆਪਾਂ 2 ਤੇ ਲਿਖ ਲਿਆ, ਠੀਕ ਹੈ। 2 ਤੋਂ ਸਟਾਰਟ ਕਰ ਲਿਆ ਕਰੋ, ਫਿਰ 2 ਤੋਂ ਲਿਖ ਲਿਆ ਤਾਂ ਕਿੰਨਾ ਆ ਗਿਆ 3, ਫਿਰ 3 ਤੋਂ ਸਟਾਰਟ ਕਰ ਲਓ, ਕਿੰਨਾ ਆ ਗਿਆ 1, ਠੀਕ ਹੈ। ਯਾਦ ਰੱਖਿਓ ਵੀ ਪ੍ਰਾਈਮ ਨੰਬਰ ਯੂਜ਼ ਕਰਨੇ ਚ। 15 ਆ ਗਿਆ, ਕਿੰਨੇ ਦੇ ਟੇਬਲ ਤੇ ਜਾਂਦਾ 5 ਤੇ ਜਾਂਦਾ, ਪਰ ਆਪਾਂ ਛੋਟਾ ਨੰਬਰ ਤੋਂ ਸ਼ੁਰੂ ਕਰ ਲਓ ਤਾਂ ਕਿ ਇੱਕ ਸੀਕੁਐਂਸ ਜੀ ਬਣ ਜੇ। 3 ਤੇ ਡਿਵਾਈਡ ਕਰਤਾ ਤਾਂ ਕਿੰਨਾ ਆ ਗਿਆ 5 ਆ ਗਿਆ। 5 ਦੇ ਟੇਬਲ ਤੇ ਜੇ ਆਪਾਂ 5 ਤੇ ਕਰਾਂਗੇ ਤਾਂ ਵੀ ਆਨਸਰ ਆਊਗਾ, ਪਰ ਆਪਾਂ ਕੀ ਕਰੋ, ਪਹਿਲਾਂ ਛੋਟੇ ਤੋਂ ਚੱਕ ਲਿਆ ਕਰੋ। ਤਾਂ ਦੇਖੋ ਇਹ ਸਾਰੇ ਪ੍ਰਾਈਮ ਫੈਕਟਰਾਈਜੇਸ਼ਨ ਹੋ ਗਈ। ਤਾਂ ਆਪਾਂ ਹੁਣ ਇਹਦੀ ਫੈਕਟਰਾਈਜੇਸ਼ਨ ਲਿਖਣੀ ਹੈ, ਤਾਂ ਆਪਾਂ ਕਿਵੇਂ ਲਿਖਾਂਗੇ ਇਹਨਾਂ ਦੋਨਾਂ ਦੀ ਪ੍ਰਾਈਮ ਫੈਕਟਰਾਈਜੇਸ਼ਨ। ਤਾਂ ਦੇਖੋ ਇਹਨਾਂ ਦੇ ਪ੍ਰਾਈਮ ਫੈਕਟਰਾਈਜੇਸ਼ਨ ਮੈਂ ਪਹਿਲਾਂ ਲਿਖਿਆ ਉਰੇ 12 ਲਿਖ ਲਿਆ, ਉਰੇ मैंने लिख लिया 15। बस ਜਿਹੜੇ ਆ ਨੰਬਰਸ ਨੇ ਮਲਟੀਪਲਾਈ ਪਾ ਕੇ ਲਿਖਾਂਗੇ 2 × 2 × 3 × 1 ਉਵੇਂ 15 ਦੇ ਲਿਖੂੰਗਾ 3 × 5 × 1। ਹੁਣ ਐਸਸੀਐਫ ਦਾ ਮਤਲਬ ਕੀ ਪੜਿਆ ਸੀ ਆਪਾਂ ਨੇ, ਹਾਈਐਸਟ ਹੋਣਾ ਚਾਹੀਦਾ ਨਾਲੇ ਕਾਮਨ ਹੋਣਾ ਚਾਹੀਦਾ ਫੈਕਟਰ। ਤਾਂ ਆਪਾਂ ਕੀ ਕਰਾਂਗੇ, ਹਾਈਐਸਟ ਕਾਮਨ ਫੈਕਟਰ ਲੱਭਣਾ। ਤਾਂ ਆਪਣੇ ਕੋਲੇ ਦੇਖੋ 2 ਇਹਦੇ ਵਿੱਚ ਹੈਗਾ ਪਰ 2 ਇੱਥੇ ਨਹੀਂ ਹੈਗਾ, 2 ਇੱਥੇ ਹੈਗਾ ਇੱਥੇ ਹੈ ਨਹੀਂ, 3 ਉਰੇ ਹੈਗਾ 3 ਇਹਦੇ ਵਿੱਚ ਵੀ ਹੈ। ਤਾਂ 3 ਕੀ ਆ ਗਿਆ ਇਹਦਾ ਕਾਮਨ ਆ ਗਿਆ, 1 भी की आ गया कॉमन। सो 3 × 1 एचसीएफ कितना निकला है ਇਹਦਾ। तो आप की लिखांगे एचसीएफ कितना आ गया 3 आ गया। इट मीनस ये कहने का मतलब है भी 12 और 15 का जो एचसीएफ सीगा वो कितना निकल आया 3 निकल आया। तो आप ये कह सकते हैं भी जो 3 ही कहा जा नंबर है जो 12 को भी डिवाइड करूँगा, 3 कहा जा नंबर है जो 15 को भी डिवाइड करूँगा, ठीक है ना। आँदा तो इस तो बाद 5 भी है, ਹੁਣ 5 है, 5 इस पर डिवाइड करता बट 5 इस डिवाइड नहीं करता। तो आप एचसीएफ की लिख लिया 3। इसका मतलब आप कह सकते हैं भी 3 डिवाइड्स 12 और 15, या ऐ कह सकते हैं 12 और 15 इज़ डिविजिबल बाय 3, डैट इज़ एचसीएफ। तो एचसीएफ आप इदा फाइंड कर सकते हैं 2 नंबर का, ठीक है।
पहली ਆਪਾਂ ਨੇ यूक्लिड डिवीजन पढ़िया ਸੀ ਉਹਦੇ ਮੁਤਾਬਕ ਵੀ ਕੀਤਾ ਸੀ ਆਪਾਂ ਨੇ ਵੀ ਕਿਵੇਂ ਐਚਸੀਐਫ ਫਾਈਂਡ ਕਰੀਦਾ ਹੁੰਦਾ ਜੋ ਡਿਵਾਈਜ਼ਰ ਆ ਜਾਂਦਾ ਐਂਡ ਤੇ ਰਿਮਾਈਂਡਰ 0 ਰਹਿ ਜਾਂਦਾ ਤਾਂ ਐਚਸੀਐਫ ਕੀਤਾ ਹੋਇਆ ਤਾਂ ਤੁਸੀਂ ਪਿਛਲੀ ਵੀਡੀਓ 'ਚ ਦੇਖ ਸਕਦੇ ਹੋ। ਤਾਂ ਅੱਗੇ ਕੀ ਹੈ ਹੁਣ ਦੇਖੋ ਇਹ ਸੀ ਆਪਣਾ ਐਚਸੀਐਫ ਬਾਰੇ। ਤਾਂ ਹੁਣ ਆਪਾਂ ਪੜ੍ਹਦੇ ਹਾਂ ਥੋੜਾ ਜਿਹਾ ਐਲਸੀਐਮ ਬਾਰੇ, ਫਿਰ ਆਪਾਂ ਇੱਕ ਕਾਮਨ ਸਮ ਕਰਾਂਗੇ ਜਿਹਦੇ ਵਿੱਚ ਐਚਸੀਐਫ ਤੇ ਐਚਸੀਐਫ ਫਾਈਂਡ ਕਰਾਂਗੇ। ਹੁਣ ਦੇਖੋ ਆਪਾਂ ਐਲਸੀਐਮ ਬਾਰੇ ਪੜ੍ਹਦੇ ਹਾਂ। एलसीएम का मतलब की दसिया मैं तुहानू लीस्ट कॉमन मल्टीपल। एलसीएम का मतलब होंगे लीस्ट कॉमन मल्टीपल। हुण देखो इस विच की है मल्टीपल आ गया। मल्टीपल की होंगे फैक्टर की होंगे थोड़ा जिहा डिफरेंस है मामूली या जिवें मैं 6 लिखा तो मैं तुहानू कहा सी भी 6 दे आपां फैक्टर लभने हैं कि लभने हैं फैक्टर। तो मैं कहूँगा भी 1 के टेबल 6 आउंदा है, 2 के टेबल च आउंदा है, 3 के टेबल च आउंदा है ते 6 के टेबल च आउंदा है। तो ये सारे फैक्टर्स ने इन्हां दे बट प्राइम नहीं हैगे, ठीक है, फैक्टर ने। पर जे मैं मल्टीपल की गल करा तो मल्टीपल होंदा 6 का टेबल, जिवें 6 1 कितना आऊगा 6 6 इंटू 2 कितना आ गया 12 6 इंटू 3 कितना आ गया 18 एक्सैक्ट्रा ऐसे चले जाऊगा ये। तो ये होंगे ने मल्टीपल होंगे। तो हरेक जो भी डिवाइजर है देखो इनू की करूँगा डिवाइड करूँगा 6 इनू की करूँगा डिवाइड, इनू की करूँगा डिवाइड। तो हरेक नंबर है जोड़ा इनू डिवाइड कर रहा है। देखो 3 भी इनू डिवाइड करूँ, 2 भी इनू डिवाइड करूँ, 1 भी इनू की करूँगा डिवाइड करूँगा। मतलब मल्टीपल का मतलब होंगे आप टेबल लिखना होंगे बेसिकली। तो हुण देखो आप एलसीएम बारे पढ़ते हैं थोड़ा जिहा डेफिनेशन के मुताबिक ही पढ़ते हैं। जिमें कि अपने को सम लिख लिया मैंने 3 एंड 9 लिख लिया, ठीक है। यदा एलसीएम कढ़ना आप डेफिनेशन मुताबिक कढ़ना है। आप की लिखा 3 का टेबल लिख लाँगे पहला 3 बनता 3 6 9 12 15 18 एक्सैक्ट्रा। फिर मैंने 9 का टेबल लिख लिया 9 18 एक्सैक्ट्रा। तो हुण डेफिनेशन की है यदी लीस्ट कॉमन मल्टीपल, यानी कि छोटे तो छोटा की लेना है मल्टीपल लैके चलना है लीस्ट हो। बट लीस्ट केड़ा देखो इन्हां चों 9 ही है, यही ਇਹਦਾ मल्टीपल है। होर तो इस तो बाद बड़े आ रहे हैं आउणगे तो कॉमन बथेरे। देखो 18 आ गया, ये 18 आ गया, बट आप केड़ा लैके चलना है लीस्ट लैके चलना है। तो एलसीएम कितना आ गया 9 आ गया। तो ये डेफिनेशन है यदी एलसीएम की कि 9 आ गया। हुण देखो फर्क की है दोनों च, ਇਹਦਾ एलसीएम कितना आऊगा 9 आ गया। ਹੁਣ देखो ਤਾਂ देखो इन्हां दे एलसीएम ਦੇ ਵਿੱਚ ਦੋਹਾਂ ਦੇ ਵਿੱਚੋਂ ਨੰਬਰ ਵੱਡਾ ਹੀ ਆਉਂਦਾ ਹੁੰਦਾ ਹਮੇਸ਼ਾ, ਜਾਂ ਜਿਹੜਾ ਵੱਡਾ ਨੰਬਰ ਹੁੰਦਾ ਉਹੀ ਆਪਣਾ एलसीएम ਆ ਜਾਂਦਾ, ਜਾਂ ਦੋਨੋਂ ਚੋਂ ਵੱਡਾ ਵੀ ਆ ਜਾਂਦਾ। एचसीएफ 'ਚ ਛੋਟਾ ਆਉਂਦਾ ਹੁੰਦਾ। ਹੁਣ देखो 3 ਕਿਹਨੂੰ ਡਿਵਾਈਡ ਕਰਦਾ 9 ਨੂੰ, 9 ਕਿਹਨੂੰ ਡਿਵਾਈਡ ਕਰਦਾ 9 ਨੂੰ। ਹੁਣ ਇੱਧਰ ਦੇਖੀਏ 9 ਇਹਨੂੰ ਡਿਵਾਈਡ ਕਰਦਾ ਕੀ 9 ਇਹਨੂੰ ਡਿਵਾਈਡ ਕਰਦਾ ਨਹੀਂ ਕਰਦਾ, ਠੀਕ ਹੈ। 3 ਡਿਵਾਈਡ ਕਰਦਾ 9 ਨੂੰ। ਤਾਂ ਆਪਾਂ ਇਹ ਕਹਿ ਸਕਦੇ ਆ एलसीएम ਦੇ ਵਿੱਚ ਵੀ ਜਿਹੜੇ ਆਹ ਨੰਬਰ ਨੇ ਇਹ ਤੇ ਕੀ ਕਰਨਗੇ डिवाइड करनगे, ठीक है। आप कह सकते हैं भी 3 डिवाइड्स 9 9 डिवाइड 9, ठीक है ना। एलसीएम जो उल्ट होंदा आप आ दोनों नंबर एक एलसीएम एक इहा जिहा नंबर होंदा जिहदे विच आहा दोहे नंबर इहते वंडे जाणगे, ठीक है ना। जिवें 3 ते 9 लिखिया तो ये दोने दे दोने इस ते डिवाइड हो रहे हैं, ना कि ए इस ते डिवाइड होंदा। जो ए इस ते डिवाइड होंदा वो एचसीएफ होंदा अपना, ठीक है ना। जे मैं लिखा भी 3 ते 9 का एचसीएफ दस दो कितना होंदा। हुण ये तो एलसीएम सी अपना, जे मैं कहता भी इहदा एचसीएफ कितना होगा 3 ते 9 का एचसीएफ देखिए। हुण देखो एचसीएफ की होगा 3 ही होगा, पता है भी 3 किहनूं डिवाइड करदा है 3 नूं, 3 किहनूं डिवाइड करदा है 9 नूं, तो एचसीएफ इहदा 3 होगा, ठीक है। जे आप डेफिनेशन ला के देखिए एचसीएफ की डेफिनेशन च की दस्सिया सी, एचसीएफ की डेफिनेशन च की दस्सिया मैं यही दस्सिया सी बई आपां ने की लिखने इन्हां दे फैक्टर लिखने हैं। फैक्टर की है 1 के टेबल च भी आउंदा है 3 के टेबल च भी आउंदा है। 9 है जो वो 1 के टेबल च भी आउंदा है 3 के टेबल च भी आउंदा है 9 के टेबल च भी आउंदा है। फैक्टर लिख लिया आपां ने, तो इन्हां चों साझा की आ गया 3, तो एचसीएफ की आ गया था 3, यानी कि देखो एचसीएफ पूरे छोटा आ गया। मतलब 3 डिवाइड 3 एंड 9 आप कहांगे भी एचसीएफ डिवाइड्स दिस नंबर, ठीक है। बट ये एलसीएम के कहांगे दिस नंबर डिवाइड दिस, ठीक है। ये फर्क होंदा, जरूरी नहीं कि इत्थे बड़ा नंबर लिखा तो बड़ा ही आ गया, दोनों चों अलग भी आ सकता है। बट एलसीएम दे उत्ते दोहे नंबर डिवाइड कर जाते हैं, ये याद रखना है। आ दोने नंबर ये की कर जाते हैं डिवाइड कर जाते हैं, एचसीएफ खुद इन्हां ते डिवाइड करता है। तो इन्नी की गल याद रखनी है एलसीएम ते एचसीएफ के बारे, ठीक है।
ਹੁਣ ਕੀ ਕਰਨਾ ਆਪਾਂ ਨੇ, देखो एचसीएफ भी पता लग गया, एलसीएम भी पता लग गया, बट ये आपाने जो लाइया ने छोटिया क्लासां दे विच डेफिनेशनस पढ़िया होंदियां सी उहदे मुताबिक कीता है। प्राइम फैक्टराइजेशन के नाल ही आपाने इस एक्सरसाइज जो 10th क्लास दे विच आपाने उहदे नाल सम कड्ढने हैं। हुण प्राइम फैक्टराइजेशन के नाल करने आपाने। हुण देखो एचसीएफ एलसीएम तुहानूं पता लग गया भी की हुंदा है, तां आपां की करना हुण प्राइम फैक्टराइजेशन के नाल दोने सम करदे एक एग्जाम्पल लैके। ਹੁਣ ਆਪਾਂ ਨੇ ਕੀ ਕਰਨਾ ਹੈ, एचसीएफ भी फाइंड करना है ਅਤੇ एलसीएम भी फाइंड करना है प्राइम फैक्टराइजेशन ਦੇ ਨਾਲ ਲਾ ਕੇ। ठीक है, प्राइम फैक्टराइजेशन ਨਾਲ। ठीक है, ਆਪਾਂ ਕੀ ਕਰਨਾ, फाइंड करना है एचसीएफ ਤੇ एलसीएम बाय पीएफ प्राइम फैक्टराइजेशन ला के। मेरे को 2 नंबर लिख ले मैंने, एक 18 एक 15। ठीक है, 18 और 15 2 नंबर लिख ले जिन्हों का एचसीएफ तो एलसीएम फाइंड करना प्राइम फैक्टराइजेशन ला के। पहला तुसी 18 की प्राइम फैक्टराइजेशन करनी है तो 15 की, तो प्राइम नंबर से डिवाइड कर दिया। पहला 2 से डिवाइड होगा 9 आ गया, फिर 3 से डिवाइड होगा 3 आ गया, और 1 एक किस से डिवाइड हो, पहला 3 से जाऊगा 5 आ गया, 5 किस से जाऊगा 1 से। तो लिख लाँगे आप 18 इज इक्वल टू 2 मल्टीप्लाई 3 मल्टीप्लाई 3 मल्टीप्लाई 3, ये प्राइम फैक्टराइजेशन 18 की। और 50 की प्राइम फैक्टराइजेशन की होगी 3 मल्टीप्लाई 5 मल्टीप्लाई 1। हरेक प्राइम फैक्टराइजेशन का नंबर ये पक्की डिवाइड होगा क्योंकि उन्होंने डिवाइड कर गया ना। हुण आपां ने की कढ़ना है जो एचसीएफ, देखो एचसीएफ बिल्कुल ईजी है, आपां कॉमन कढ़ना है। कॉमन की है जो 3 है, तो एचसीएफ की आ गया 3 आ गया। हुण एलसीएम कढ़ना, देखो एलसीएम का एक तरीका है ईजी है। ਹੁਣ ਆਪਾਂ ਨੇ ਇਹਦਾ ਐਲਸੀਐਮ ਕੱਢਣਾ, ਤਾਂ ਐਲਸੀਐਮ ਦੇ ਵਿੱਚ ਕੀ ਕਰਾਂਗੇ ਆਪਾਂ ਨੇ, ਕੀ ਕਰਨਾ ਹੈ, ਜੋ ਉਹ ਨੰਬਰ ਯੂਜ਼ ਕਰਨੇ ਆ ਜਿਹੜੇ ਇਹਦੇ ਵਿੱਚ ਯੂਜ਼ ਹੋ ਰਿਹਾ। ਹੁਣ ਇਹਦੇ ਵਿੱਚ ਦੇਖਿਆ ਜਾਵੇ ਬੇਸਿਕਲੀ ਇੱਕ 2 ਹੈ 3 ਹੈ 5 ਹੈ, ਇਸ ਤੋਂ ਇਲਾਵਾ ਕੋਈ ਵੀ ਹੋਰ ਇੱਦਾਂ ਦੇ ਨੰਬਰ ਨਹੀਂ ਜੋ ਯੂਜ਼ ਨਹੀਂ ਕੀਤੇ ਮੈਂ। ਇੱਕ ਤਾਂ 2 ਯੂਜ਼ ਕੀਤਾ, ਇੱਕ 3 ਯੂਜ਼ ਕੀਤਾ, ਇੱਕ 5 ਯੂਜ਼ ਕੀਤਾ, ਇੱਕ 1 ਯੂਜ਼ ਕੀਤਾ। ਇਸ ਤੋਂ ਇਲਾਵਾ ਹੋਰ ਕੋਈ ਵੀ ਨੰਬਰ मैंने यूज़ नहीं ਕੀਤੇ। ਹੁਣ मैं की करूँगा, देखो 2 है, जो 2 है 2 ਹੁਣ ਆਪਾਂ ਨੇ देखना भी ਜਿਹੜਾ 2 है ਉਹਦੀ ਰਿਪੀਟੇਸ਼ਨ ਪਾਵਰ ਦੇਖਣੀ ਹੁੰਦੀ ਹੈ ਐਲਸੀਐਮ ਦੇ ਲਈ। ਜੇ ਦੇਖਿਆ ਜਾਵੇ ਬੇਸਿਕਲੀ 2 ਇਸ ਰੋ ਵਿੱਚ ਇੱਕ ਵਾਰ ਹੈ, ਇਸ ਰੋ ਵਿੱਚ ਤਾਂ ਹੈ ਹੀ ਨਹੀਂ, ਤਾਂ 2 ਦੀ ਜੋ ਰਿਪੀਟੇਸ਼ਨ ਹੈ 1 ਹੈ। 3 ਦੇਖਿਆ ਜਾਵੇ 3 ਇਸ ਵਿੱਚ ਕਿੰਨੇ ਵਾਰ ਹੈ 1 ਵਾਰ, ਇਹਦੇ ਵਿੱਚ ਕਿੰਨੇ ਵਾਰ ਰਿਪੀਟ ਹੋ ਰਿਹਾ 2 ਵਾਰ। ਤਾਂ ਆਪਾਂ ਮੈਕਸਿਮਮ ਰਿਪੀਟਿੰਗ ਪਾਵਰ ਦੇਖਣੀ ਐ, ਨਹੀਂ ਹੈਗਾ ਵੀ ਉਰੇ ਵੀ 3 ਉਰੇ ਵੀ 3 ਉਰੇ ਵੀ 3 3 ਵਾਰੀ ਹੈ, ਇੱਦਾਂ ਨਹੀਂ। ਇਹ ਰੋ ਵਿੱਚ ਕਿੰਨੇ ਵਾਰ 1 ਵਾਰ ਹੈ, ਇਹ ਰੋ ਵਿੱਚ ਕਿੰਨੇ ਵਾਰੀ ਹੈ 2 ਵਾਰ ਹੈ, ਤਾਂ ਆਪਾਂ ਇਹਦੀ ਪਾਵਰ ਕੀ ਲਿਖਾਂਗੇ 2, ਮੈਕਸਿਮਮ ਪਾਵਰ ਲਿਖਣੀ ਹੁੰਦੀ ਹੈ। ਠੀਕ ਹੈ, 5 ਕਿੰਨੇ ਵਾਰ ਰਿਪੀਟ ਹੋ ਰਿਹਾ 'ਚ 1 ਵਾਰ, ਇਹਦੇ ਵਿੱਚ ਹੈ ਹੀ ਨਹੀਂ, ਇੱਕੋ ਵਾਰੀ ਹੋ ਰਿਹਾ, ਤਾਂ ਇਹਨੂੰ ਸੋਲਵ ਕਰ ਲਾਂਗੇ। ਇਹ ਕਿੰਨਾ ਆ ਗਿਆ 2, 3 ਦਾ ਸਕੇਅਰ ਹਮੇਸ਼ਾ 9, ਇਹ 5 ਕਿੰਨਾ ਆ ਗਿਆ ਦੇਖੋ, ਇਹ ਬਣ ਗਿਆ 90 ਆ ਗਿਆ। ਠੀਕ ਹੈ, ਤਾਂ ਐਲਸੀਐਮ ਕਿੰਨਾ ਲਿਖ ਲਿਆ ਇਹਦਾ 19 ਲਿਖ ਲਿਆ। ਇੱਕ ਇਹ ਤਰੀਕਾ ਇਹਨੂੰ ਕਰਨ ਦਾ। ਤਾਂ ਆਪਾਂ ਐਲਸੀਐਮ ਦੇ ਵਿੱਚ ਉਹ ਨੰਬਰ ਯੂਜ਼ ਕਰਕੇ ਉਹਦੀ ਮੈਕਸਿਮਮ ਰਿਪੀਟੇਸ਼ਨ ਪਾਵਰ ਲਿਖਦੇ ਹੁੰਦੇ ਆ। ਠੀਕ ਹੈ, ਇਹ ਯਾਦ ਰੱਖਣਾ ਤੁਹਾਨੂੰ। ਇਸ ਤੋਂ ਬਾਅਦ ਹੁਣ ਦੇਖੋ ਇਹਦੇ ਵਿੱਚ ਹੋਰ ਇੱਕ ਸਮ ਕਰਵਾ ਦਾਂ ਨਾ, ਤਾਂ ਐਲਸੀਐਮ ਕਿੰਨਾ ਆ ਗਿਆ 90 ਆ ਗਿਆ, ਐਚਸੀਐਫ ਕਿੰਨਾ ਆ ਗਿਆ ਸੀ ਇਹਦਾ 3 ਆ ਗਿਆ। ਤਾਂ ਆਪਾਂ ਹਰੇਕ ਸਮ ਇੱਦਾਂ ਹੀ ਕੱਢਾਂਗੇ, ਐਚਸੀਐਫ ਇੰਨਾ ਆ ਗਿਆ, ਐਲਸੀਐਮ ਕਿੰਨਾ ਆ ਗਿਆ 90 ਆ ਗਿਆ। ਤਾਂ ਐਲਸੀਐਮ ਦੀ ਇੱਕ ਹੋਰ ਡੈਫੀਨੇਸ਼ਨ ਹੋਰ ਦੱਸਦਾ ਵੀ ਐਲਸੀਐਮ ਕਿਵੇਂ ਕੱਢ ਸਕਦੇ ਹਾਂ। ਐਚਸੀਐਫ ਤਾਂ ਬਿਲਕੁਲ ਸੌਖਾ ਹੈ, ਐਲਸੀਐਮ ਦੀ ਇੱਕ ਵਾਰੀ ਹੋਰ ਦੱਸ ਦੇਣਾ ਐਗਜ਼ਾਮਪਲ ਲੈ ਕੇ। जिमें मेरे को कोई नंबर लिखा मैंने, देखो (21 and 42) ये 2 नंबर लिखे है। ਇਹਦਾ ਐਚਸੀਐਫ ਤੇ ਐਲਸੀਐਮ ਕੱਢਣਾ ਹੈ। ਤਾਂ ਆਪਾਂ ਪਹਿਲਾਂ ਦੀ ਪ੍ਰਾਈਮ ਫੈਕਟਰਾਈਜੇਸ਼ਨ ਕਰਦੇ ਹਾਂ 21 ਦੀ। ਦੇਖੋ 21 ਦੀ ਪ੍ਰਾਈਮ ਫੈਕਟਰਾਈਜੇਸ਼ਨ ਕੀਤੀ ਤਾਂ ਇਹ ਕਿੰਨੇ ਤੇ ਜਾਊਗਾ, ਪਹਿਲਾਂ ਇਹ 3 ਤੇ ਜਾਊਗਾ ਕਿਉਂਕਿ ਪਹਿਲਾ ਪ੍ਰਾइम 2 ਪਹਿਲਾ ਪ੍ਰਾइम फैक्टराइजेशन प्राइम नंबर है। 2 ਤੇ ਤਾਂ ਇਹ ਆਉਂਦਾ ਨਹੀਂ ਪਰ 3 ਦੇ ਟੇਬਲ 'ਚ ਆਉਂਦਾ ਹੈ। 21 + 1 ਕਿੰਨਾ ਹੁੰਦਾ ਹੈ 3 ਹੁੰਦਾ ਹੈ। ਦੇਖੋ ਇਹਨਾਂ ਦੋਨਾਂ ਦਾ ਪਲੱਸ ਕਰ ਦਿਓ, ਕਿੰਨਾ ਆ ਗਿਆ 3 ਆ ਗਿਆ।
ਤਾਂ ਬੇਸਿਕਲੀ ਜੇ ਦੇਖਿਆ ਜਾਵੇ ਉਹ ਨੰਬਰ ਡਿਵੀਜ਼ੀਬਲ 3 ਤੇ ਹੁੰਦਾ ਜਿਨ੍ਹਾਂ ਦਾ ਸਮ ਕੀ ਤੇ ਡਿਵੀਜ਼ੀਬਲ ਹੁੰਦਾ 3 ਤੇ ਹੁੰਦਾ। ਤਾਂ ਇਹਨਾਂ ਦਾ ਸਮ ਕਿੰਨਾ ਆ ਗਿਆ 3, 3 ਕੀ ਤੇ ਡਿਵਾਈਡ ਹੋ ਰਿਹਾ 3 ਤੇ, ਤਾਂ ਇਹ 3 ਤੇ ਡਿਵਾਈਡ ਹੋ ਜਾਊਗਾ। ਇਸ ਤੋਂ ਬਾਅਦ ਕਿਤੇ ਡਿਵਾਈਡ ਹੋ ਗਿਆ ਇਹ 1 ਤੇ। ਉੱਦਾਂ ਹੀ ਆਪਾਂ 42 ਦੇ ਫੈਕਟਰਾਈਜੇਸ਼ਨ ਕਰ ਲੈਣਾ। 42 ਦੀ ਫੈਕਟਰਾਈਜੇਸ਼ਨ ਕਿੰਨੀ ਹੋ ਜੂ ਦੇਖੋ, ਠੀਕ ਹੈ, ਉਰੇ ਕਰ ਦੇਣਾ ਜੀ ਫੈਕਟਰਾਈਜੇਸ਼ਨ। ਦੇਖੋ 42 ਦੀ ਪਹਿਲਾਂ 2 ਦੇ ਟੇਬਲ ਤੇ ਆਊਗਾ ਕਿੰਨਾ ਆ ਗਿਆ 41। ਇਸ ਤੋਂ ਬਾਅਦ ਫਿਰ 3 ਦੇ ਟੇਬਲ ਤੇ ਕਿੰਨਾ ਆ ਗਿਆ 7, ਫਿਰ ਕਿੰਨਾ ਆ ਗਿਆ 7। ਦੇਖੋ ਇਹਦੇ ਵਿੱਚ ਵੀ ਉਵੇਂ ਕਰਨਾ ਆਪਾਂ ਨੇ। ਹੁਣ ਪਹਿਲਾਂ 42 ਲਿਖਿਆ ਤਾਂ ਕਿੰਨਾ ਆ ਗਿਆ 2 ਮਲਟੀਪਲਾਈ 3 ਮਲਟੀਪਲਾਈ 7 ਮਲਟੀਪਲਾਈ 1। ਉਵੇਂ 21 ਦਾ ਲਿਖਾਂਗੇ ਤਾਂ ਕਿੰਨਾ ਆ ਜਾਊਗਾ 3 ਮਲਟੀਪਲਾਈ 7 ਮਲਟੀਪਲਾਈ 1। ਤਾਂ ਇਹਦੇ ਵਿੱਚ ਆਪਾਂ ਐਸਸੀਐਫ ਦੇਖਿਆ ਤਾਂ ਕਿੰਨਾ ਆ ਗਿਆ, ਕਾਮਨ ਕੱਢ ਲਓ ਇਹਨਾਂ ਚੋਂ। ਕੀ ਕਾਮਨ ਆ ਰਿਹਾ 3 ਵੀ ਕਾਮਨ ਆ ਰਿਹਾ, ਤੇ ਹੋਰ ਕੀ ਕਾਮਨ ਆ ਰਿਹਾ 7 ਵੀ ਕਾਮਨ ਆ ਰਿਹਾ। ਦੇਖੋ 3 ਇਹਨਾਂ ਦੋਨਾਂ ਚੋਂ ਜੇ ਕਾਮਨ ਆ ਤਾਂ ਇਹਨਾਂ ਦਾ 1 ਲੈਣਾ ਹੁੰਦਾ, ਇਹਨਾਂ ਦੋਨਾਂ ਚੋਂ ਕਾਮਨ ਆ ਤਾਂ 1 ਲੈਣਾ ਹੁੰਦਾ। ਤਾਂ ਕਿੰਨਾ ਐਸਸੀਐਫ ਆ ਗਿਆ ਇਹਦਾ 21 ਆ ਗਿਆ। ਤਾਂ 21 ਇਹਨੂੰ ਵੀ ਡਿਵਾਈਡ ਕਰੂ, ਇਹਨੂੰ ਵੀ ਡਿਵਾਈਡ ਕਰੂ। ਹੁਣ ਆਪਾਂ ਨੇ ਇਹਦਾ ਜੇ ਐਲਸੀਐਮ ਕੱਢਣਾ ਹੋਵੇ ਤਾਂ ਐਲਸੀਐਮ ਕਿਵੇਂ ਕੱਢਾਂਗੇ ਇਹਦਾ? ਦੇਖੋ ਐਲਸੀਐਮ ਬੇਸਿਕਲੀ ਸੌਖਾ ਜਿਹਾ ਤਰੀਕਾ ਇਹੀ ਹੈ। ਤਾਂ ਇਹਦੇ ਵਿੱਚ ਪਹਿਲਾਂ ਜਿਹੜੇ ਨੰਬਰ ਯੂਜ਼ ਹੋਇਆ ਉਹੀ ਲਿਖ ਲਓ ਸਾਰੇ। ਇੱਕ 2 ਲੈਤਾ, ਦੇਖੋ 2 ਹੈ, ਇੱਕ ਵਾਰ ਲਿਖਣੇ ਹੁੰਦੇ ਆ ਪਹਿਲਾਂ, ਰਿਪੀਟੇਸ਼ਨ ਪਾਵਰਾਂ ਬਾਅਦ ਚ ਲਾਉਣੀਆਂ ਨੇ। ਯੂਜ਼ ਕਿਹੜੇ ਕੀਤੇ ਆ? 2 ਯੂਜ਼ ਹੋ ਰਿਹਾ, 3 ਯੂਜ਼ ਹੋ ਰਿਹਾ, 7 ਯੂਜ਼ ਹੋ ਰਿਹਾ ਤੇ 1 ਯੂਜ਼ ਹੋ ਰਿਹਾ। ਹੁਣ ਇਹਦੇ ਪਾਵਰਸ ਲਿਖ ਦਿਓ ਬਸ, ਮੈਕਸਿਮਮ ਪਾਵਰ। 2 ਕਿੰਨੇ ਵਾਰ ਰਿਪੀਟ ਹੋ ਰਿਹਾ ਇਸ ਰੋ ਵਿੱਚ? 1 ਵਾਰ। 3 ਇਹਦੇ ਵਿੱਚ 1 ਵਾਰ ਹੀ ਹੈ, ਇਹਦੇ ਵਿੱਚ ਵੀ 1 ਵਾਰ। ਆਪਾਂ ਨੇ ਇਹ ਨਹੀਂ ਕਾਊਂਟ ਕਰਨਾ ਵੀ ਇਹਦੇ ਵਿੱਚ ਵੀ 3 ਇੱਕ ਵਾਰ ਆ ਗਿਆ, ਇਹਦੇ ਵਿੱਚ ਵੀ 3 ਇੱਕ ਵਾਰ ਆ ਗਿਆ, ਮਤਲਬ 2 ਹੋ ਗਏ। ਆਪਾਂ 3 ਦੀ ਰਿਪੀਟੇਸ਼ਨ ਦੇਖਣੀ ਹੈ ਤਾਂ ਓਬਵੀਅਸਲੀ 1 ਹੀ ਹੈ। 7 ਦੀ ਰਿਪੀਟੇਸ਼ਨ ਵੀ 1 ਹੈ। ਤਾਂ ਕਿੰਨਾ ਆਨਸਰ ਆ ਗਿਆ ਦੇਖੋ, ਇਹਦਾ ਨੂੰ ਮਲਟੀਪਲਾਈ ਕਰ ਦਾਂਗੇ 42 ਆ ਗਿਆ। ਤਾਂ ਐਲਸੀਐਮ ਕਿੰਨਾ ਆ ਗਿਆ 42 ਆ ਗਿਆ। ਦੇਖੋ ਆਹ ਦੋਨੇ ਨੰਬਰ 42 ਇਸ 'ਤੇ ਡਿਵਾਈਡ ਕਰਦੇ ਆ ਤੇ ਐਲਸੀਐਮ ਹੈ, ਇਹ ਇਸ 'ਤੇ ਡਿਵਾਈਡ ਕਰਦਾ ਹੈ ਕਿ ਇਹਦਾ ਐਸਸੀਐਫ ਹੈ। ਤਾਂ ਇੱਦਾਂ ਆਪਾਂ ਐਲਸੀਐਮ ਤੇ ਐਸਸੀਐਫ ਦੇ ਪ੍ਰਾਈਮ ਫੈਕਟਰਾਈਜੇਸ਼ਨ ਦੇ ਨਾਲ ਸਮ ਸੋਲਵ ਕਰ ਸਕਦੇ ਹਾਂ। ਤਾਂ ਹੁਣ ਦੇਖੋ ਥੋੜ੍ਹਾ ਜਿਹਾ ਇੱਕ ਵਾਰ ਹੋਰ ਐਲਸੀਐਮ ਦੇ ਵਿੱਚ, ਜਿਵੇਂ ਆਪਣੇ ਕੋਲੇ ਕੋਈ ਨੰਬਰ ਰਿਪੀਟ ਕਰ ਰਿਹਾ 2 2 2 2, ਠੀਕ ਹੈ, ਇੰਟੂ 1। ਇਸ 'ਤੇ ਲਿਖਤਾ मैंने 3 3 इंटू 5, फिर मैंने लिखता 5 5 5 2, फिर मैंने लिखता 7 7, ठीक है। ਹੁਣ ਦੇਖੋ ਉਰੇ ਕੁਛ ਵੀ ਹੈ, ਚਲੋ ਆਪਾਂ ਨੇ ਇਹਦਾ ਐਲਸੀਐਮ ਕੱਢਣਾ ਹੈ, ਠੀਕ ਹੈ। ਹੁਣ ਐਲਸੀਐਮ ਕੱਢਣਾ ਹੈ। ਐਲਸੀਐਮ ਦੇ ਵਿੱਚ ਨੰਬਰ ਕਿਹੜੇ ਯੂਜ਼ ਕੀਤੇ ਆ? ਇੱਕ ਮੈंने 2 ਯੂਜ਼ ਕੀਤਾ ਹੈ, ਇੱਕ मैंने 3 ਯੂਜ਼ ਕੀਤਾ ਹੈ, ਇੱਕ मैंने 5 ਯੂਜ਼ ਕੀਤਾ, ਇੱਕ मैंने 7। ਦੇਖੋ ਰਿਪੀਟੇਸ਼ਨ ਪਾਵਰ ਦਾ ਬਹੁਤ ਨੇ, ਉਹ ਆਪਾਂ ਐਂਡ ਤੇ ਲਾਵਾਂਗੇ। ਹੁਣ ਪਹਿਲਾਂ ਤਾਂ ਤੁਸੀਂ ਉਹ ਨੰਬਰ ਲਿਖ ਲਿਆ ਕਰੋ ਜਿਹੜੇ ਰਿਪੀਟੇਸ਼ਨ ਹੋ ਰਿਹਾ। ਹੁਣ ਦੇਖੋ 2 ਕਿੰਨੇ ਵਾਰ ਰਿਪੀਟ ਹੋ ਰਿਹਾ? ਦੇਖੋ ਉਰੇ ਵੀ ਹੋ ਰਿਹਾ, ਉਰੇ ਇਸ ਰੋ 'ਚ 1 ਵਾਰ ਹੈ, ਪਰ ਇਸ ਰੋ 'ਚ ਤਾਂ 3 ਵਾਰ ਹੈ ਨਾ। ਤਾਂ 2 ਦੀ ਪਾਵਰ ਕਿੰਨੀ ਆ ਜੂਗੀ? 3 ਆ ਜੂਗੀ। 3 ਕਿੰਨੇ ਵਾਰ ਰਿਪੀਟ ਹੋ ਰਿਹਾ? ਦੇਖੋ 3 ਕਿੰਨੇ ਵਾਰ ਰਿਪੀਟ ਹੋ ਰਿਹਾ? ਇਸ 'ਚ ਕਿੰਨੇ ਵਾਰੀ ਹੋ ਰਿਹਾ? 2 ਵਾਰ, ਬਸ ਤਾਂ 2 ਲਿਖ ਦਾਂਗੇ। 5 ਕਿੰਨੇ ਵਾਰ ਰਿਪੀਟ ਹੋ ਰਿਹਾ? देखो उरे कितने बार है? 3 बार है। आए नहीं उरे भी आ गया तो 4 हो गए। रिपीटेशन इस रो च ज़्यादा है तो आप इसकी पावर कितनी लिखांगे? 3 लिखांगे। 7 कितने बारी हो रहा है? रिपीट 2। बाकी इन्हू सॉल्व कर लाँगे तो अपना की आ जाऊगा? आंसर आ जाना। तो इदा आप इन्हू सॉल्व करके आंसर लिया सकते हैं। ये 8 होंगे, ये 9 होंगे, ये 125 होंगे, ये 49 होंगे। तो आप इन्हू कैलकुलेट करके अपना आंसर कढ़ लाँगे। बेसिकली एड्डी वड्डी सम नहीं आती 10th क्लास च, पर ਆਪਾਂ ਨੇ ਸਿੱਖਣਾ ਵੀ ਐਲਸੀਐਮ ਕਿਵੇਂ ਕੱਢਿਆ। ਰਿਪੀਟੇਸ਼ਨ ਪਾਵਰ ਲਾ ਦੇਣੇ ਤਾਂ ਆਪਾਂ ਐਲਸੀਐਮ ਕੱਢ ਸਕਦੇ ਆ। ਤਾਂ ਠੀਕ ਹੈ, ਇਹ ਤਰੀਕਾ ਸੀ ਇਹਦਾ ਐਲਸੀਐਮ ਕੱਢਣ ਦਾ। ਪ੍ਰਾਈਮ ਫੈਕਟਰਾਈਜੇਸ਼ਨ ਦੇ ਨਾਲ ਕੀਤਾ ਆਪਾਂ ਨੇ, ਤਾਂ ਪ੍ਰਾਈਮ ਫੈਕਟਰਾਈਜੇਸ਼ਨ ਦੇ ਨਾਲ ਇੱਦਾਂ ਐਲਸੀਐਮ ਕੱਢ ਸਕਦੇ ਹਾਂ। ਠੀਕ ਹੈ, ਜੇ ਐਲਸੀਐਮ ਇੱਦਾਂ ਨਹੀਂ ਤਾਂ ਆਪਾਂ ਐਵੇਂ ਵੀ ਕੱਢ ਸਕਦੇ ਹਾਂ। ਜਿਵੇਂ ਮੈंने 2 ਨੰਬਰ ਲਿਖਿਆ, ਜਿਵੇਂ मैंने 2 ਲਿਖਿਆ ਐਂਡ 6 ਲਿਖਿਆ, ਤੁਸੀਂ ਇਕੱਠਾ ਦੋਨਾਂ ਦਾ ਐਲਸੀਐਮ ਕੱਢ ਸਕਦੇ ਹੋ, ਦੋਹੇ ਨੰਬਰਾਂ ਦਾ। ਠੀਕ ਹੈ, ਇਕੱਠਾ ਵੀ ਕੱਢ ਸਕਦੇ ਆਪਾਂ ਇੱਦਾਂ ਕੋਮਾ ਬਾਕੀ। ਤਾਂ ਇਹ 2 ਬਣਦਾ 1, ਇਹਦਾ ਕਿੰਨਾ ਆ ਗਿਆ 3, 1 ਦਾ 1, ਸੌਰੀ 3 ਦੇ ਟੇਬਲ ਤੇ ਜਾਊਗਾ 3 ਤੇ, ਤਾਂ ਇਹਨਾਂ ਦੀ ਮਲਟੀਪਲਾਈ ਕਰ ਦੇਵਾਂਗੇ। 2 ਮਲਟੀਪਲਾਈ 3 ਕਿੰਨਾ ਆ ਗਿਆ 6। ਤਾਂ ਕੀ ਆ ਗਿਆ ਆਪਣਾ ਐਲਸੀਐਮ ਆ ਗਿਆ। ਜਾਨੀ ਕਿ ਇਕੱਠਾ ਕੱਢ ਸਕਦੇ ਆ ਦੋਹੇ ਨੰਬਰਾਂ ਦਾ। ਜੇ ਕੱਲਾ ਕੱਲਾ ਨਹੀਂ ਕੱਢਣਾ ਤਾਂ ਇੱਦਾਂ ਵੀ ਕਰ ਸਕਦੇ ਆ, ਬਟ ਕੋਸ਼ਿਸ਼ ਕਰਿਓ ਕਿ ਕੱਲਾ ਕੱਲਾ ਜ਼ਿਆਦਾ ਬੈਟਰ ਕਰਾਂਗੇ। ਠੀਕ ਆ, ਆਪਾਂ ਮਤਲਬ ਕਿ ਕੱਲੇ ਕੱਲੇ ਦੀ ਪ੍ਰਾਈਮ ਫੈਕਟਰਾਈਜੇਸ਼ਨ ਕਰਕੇ ਉਹ ਮੈਥਡ ਜ਼ਿਆਦਾ ਸੁਟੇਬਲ ਹੁੰਦਾ।
ये ईजी आ बहुत ज़्यादा, ठीक है। तो आप इदा भी कढ़ सकते हैं, जिवें मैंने लिखिया सी हुण कोई भी नंबर सी 12 16 का एलसीएम कढ़ना, तो दोनों का इकट्ठा कढ़ सकते आपने प्राइम फैक्टराइजेशन वास्ते दोनों की इकट्ठिया डिवाइड करना है। देखो 2 नूं जो मैं डिवाइड करूँगा तो कितना आ गया 6, 2 नूं ये डिवाइड करूँगा तो कितना आ गया 8, फिर मैं 2 नूं ये डिवाइड करूँगा तो 3, ये कितना आ गया 4, हुण मैं 3 ते डिवाइड करूँगा कितना आ गया 1, ये 4 का 4 इदां ही तार लेना है, जे नहीं डिवाइड होंदा तो 4 ऐं तारांगे आपां। हुण ये 2 ते जाऊगा 1, और ये कितना आऊगा 2, हुण ये किन्ने ते जाऊगा फिर 2 ते, इहनूं 1, ये 1, एंड ते 1 1 बच गया। तो इन्हां दी मल्टीप्लाई करवा दो तो अपने कोल सीधा ही एलसीएम निकल आउंदा है। 2 2 का 4, 4 3 का 12, 24, 24 2 का 24 नूं 2 नाल मल्टीप्लाई कर दो, कितना आ गया 48 आंसर आ गया, ठीक है। तो इदा आप इहनूं मल्टीप्लाई करके की कर सकते हैं, एलसीएम कढ़ सकते हैं, दोहे इकट्ठे यूज़ करके भी एलसीएम कढ़ सकते हैं, कला कला प्राइम फैक्टराइजेशन करके मैक्सिमम रिपीटेशन पावर करके भी कढ़ सकते हैं, ठीक है। दोहे तरीके ने करन दे। एक तरीका होर हुंदा है एलसीएम एचसीएफ का एक फार्मूला हुंदा है जो आप नैक्सट वीडियो दे विच करांगे, तो इसलिए तुहानूं अज इसे दी ही प्रैक्टिस करो, फिर आप नैक्सट वीडियो च एचसीएफ ते एचसीएम दे सम भी करते हैं तो फार्मूला भी करते हैं। सो धन्यवाद।